ਹੈਲੋ ਸਟੂਡੈਂਟਸ ਪਹਿਲਾਂ ਆਪਾਂ ਕੀਤਾ ਸੀ ਜੀ ਅਬਸਟਰੈਕਟ ਫਾਈਨਲਾਈਜ਼ਰ ਬਾਰੇ ਆਪਾਂ ਪੜ੍ਹ ਚੁੱਕੇ ਹਾਂ। ਫਾਈਨਲਾਈਜ਼ਰ ਮੈਥਡਸ ਕੀ ਹੁੰਦੇ ਆ ਤੇ ਇੱਕ ਫਾਈਨਲ ਕਲਾਸਿਸ ਕੀ ਹੁੰਦੀਆਂ ਜਾਂ ਫਾਈਨਲ ਕੀਵਰਡ ਦੀ ਗੱਲ ਕੀਤੀ ਸੀ ਆਪਾਂ ਕਿ ਉਹ ਕਲਾਸਿਸ ਜਿਨ੍ਹਾਂ ਦੇ ਅੱਗੇ ਫਾਈਨਲ ਕੀਵਰਡ ਯੂਜ਼ ਕੀਤਾ ਜਾਂਦਾ ਉਹ ਕਲਾਸ ਅੱਗੇ ਸਬ ਕਲਾਸ ਨਹੀਂ ਹੋ ਸਕਦੀ ਹੈਗੀ। ਮਤਲਬ ਕਿ ਅੱਗੇ ਨੂੰ ਆਪਾਂ ਉਸ ਕਲਾਸ ਤੋਂ ਕੋਈ ਹੋਰ ਜਿਹੜੀ ਸਬ ਕਲਾਸ ਆ ਉਹ ਐਕਸਟੈਂਡ ਨਹੀਂ ਕਰਵਾ ਸਕਦੇ ਹੈਗੇ। ਫਾਈਨਲਾਈਜ਼ਰ ਮੈਥਡਸ 'ਚ ਅਸੀਂ ਇਹ ਕੀਤਾ ਸੀਗਾ ਕਿ ਅਸੀਂ ਇਹਦੇ ਵਿੱਚ ਜਿਹੜਾ ਮਤਲਬ ਗਾਰਬੇਜ ਕਲੈਕਟਿੰਗ ਦਾ ਕੰਮ ਕਰਨਾ ਗਾ, ਮਤਲਬ ਜੋ ਆਪਣੇ ਆਬਜੈਕਟ ਜੋ ਮਤਲਬ ਕੰਮ ਜਿਹਨਾਂ ਦਾ ਜਿਹੜੇ ਕਿ ਆਪਦਾ ਕੰਮ ਫਿਨਿਸ਼ ਕਰ ਚੁੱਕੇ ਉਹਨਾਂ ਨੂੰ ਅਸੀਂ ਕਲੀਅਰ ਕਰਵਾਉਣੀ ਹੈ ਮੈਮਰੀ, ਅਸੀਂ ਉਹਨਾਂ ਤੋਂ ਫ੍ਰੀ ਕਰਵਾਉਣੀ ਹੈ ਤਾਂ ਅਸੀਂ ਫਾਈਨਲਾਈਜ਼ ਮੈਥਡ ਯੂਜ਼ ਕਰ ਸਕਦੇ ਹਾਂ। ਤਾਂ ਇਹਦੇ ਵਿੱਚ ਅਸੀਂ ਇਹ ਕੀਤਾ ਸੀਗਾ। ਅੱਗੇ ਹੈ ਰਾਜੀ ਅਬਸਟਰੈਕਟ ਕਲਾਸਿਸ ਮੈਥਡਸ ਐਂਡ ਅਬਸਟਰੈਕਟ ਕਲਾਸਿਸ ਕੀ ਹੁੰਦੀਆਂ ਨੇ। ਇਹ ਵੈਸੇ C++ ਦਾ ਹੀ ਇੱਕ ਅਸੀਂ ਕੰਸੈਪਟ ਉਹਦੇ ਵਿੱਚ ਵੀ ਇਹ ਕੀਤਾ ਸੀ ਅਬਸਟਰੈਕਟ ਮੈਥਡਸ ਤੇ ਕਲਾਸਿਸ ਕੀ ਹੁੰਦੀਆਂ ਨੇ। ਉਹ ਕਹਿੰਦੇ ਕਿ ਅਸੀਂ ਆਮ ਤੌਰ 'ਤੇ ਅਸੀਂ ਜਦੋਂ ਫਾਈਨਲ ਯੂਜ਼ ਕਰਦੇ ਹਾਂ ਤਾਂ ਇਹਦਾ ਮਤਲਬ ਇਹੀ ਹੁੰਦਾ ਕਿ ਅਸੀਂ ਜੇ ਕੋਈ ਮੈਥਡ ਆ ਉਹਨੂੰ ਫਿਰ ਅਸੀਂ ਫਾਈਨਲ ਬਣਾਤਾ ਤਾਂ ਮੈਥਡ ਅੱਗੇ ਰੀਡਿਫਾਈਨ ਨਹੀਂ ਕੀਤਾ ਜਾ ਸਕਦਾ ਕਿਸੇ ਸਬ ਕਲਾਸ ਦੇ ਵਿੱਚ। ਜਿਹੜੀ ਤੁਸੀਂ ਸੁਪਰ ਕਲਾਸ ਦੇ ਵਿੱਚ ਮੈਥਡ ਨੂੰ ਫਾਈਨਲ ਬਣਾਉਂਦੇ ਹੋ ਉਹ ਅੱਗੇ ਰੀਡਿਫਾਈਨ ਨਹੀਂ ਕੀਤਾ ਜਾ ਸਕਦਾ ਸਬ ਕਲਾਸ ਦੇ ਵਿੱਚ, ਮਤਲਬ ਯੂਜ਼ ਨਹੀਂ ਕੀਤਾ ਜਾ ਸਕਦਾ ਹੈਗਾ। This is the method can never be subclassed ਜਾਂ ਫਿਰ ਕਹਿ ਸਕਦੇ subclass ਹੋ ਹੀ ਨਹੀਂ ਸਕਦਾ। Java allow us to do something that is exactly opposite to this, but Java ਦੇ ਵਿੱਚ ਇਹ ਤੋਂ ਉਲਟ ਇੱਕ exactly opposite ਅਸੀਂ ਕੁਛ ਕਰ ਸਕਦੇ ਹਾਂ, ਮਤਲਬ ਉਹਨੂੰ ਸਬ ਕਲਾਸ ਕਰਵਾ ਸਕਦੇ ਹਾਂ। This is we can indicate that a method must always be redefined in a subclass। ਇਹ ਕਿਵੇਂ ਪੋਸੀਬਲ ਕਿ ਅਸੀਂ ਮਤਲਬ ਰੱਖਣਾ ਕਿ ਹਮੇਸ਼ਾ ਮੈਥਡ ਨੂੰ ਅਸੀਂ ਸਬ ਕਲਾਸ ਵਿੱਚ ਰੀਡਿਫਾਈਨ ਕਰਨਾ ਹੀ ਕਰਨਾ ਗਾ, ਥਸ ਮੇਕਿੰਗ ਓਵਰਰਾਈਡਿੰਗ ਕੰਪਲਸਰੀ। ਤਾਂ ਉਹਦੇ ਵਾਸਤੇ ਅਸੀਂ ਓਵਰਰਾਈਡਿੰਗ ਕੰਪਲਸਰੀ ਕਰ ਸਕਦੇ ਹਾਂ। ਓਵਰਰਾਈਡਿੰਗ ਵੀ ਅਸੀਂ ਕੀਤੀ ਸੀ ਕਿ ਮਤਲਬ ਮੈਥਡ ਸਬ ਕਲਾਸ ਵਿੱਚ ਰੀਡਿਫਾਈਨ ਕਰਨਾ, ਉਹਨੂੰ ਕੀ ਬੋਲਦੇ ਆ ਸਬ ਕਲਾਸ ਦਾ ਮੈਥਡ, ਸੁਪਰ ਕਲਾਸ ਦਾ ਮੈਥਡ ਸਬ ਕਲਾਸ ਦੇ ਵਿੱਚ ਰੀਡਿਫਾਈਨ ਕਰਨਾ ਓਵਰਰਾਈਡਿੰਗ ਬੋਲ ਦਿੰਦੇ ਆ। ਦਿਸ ਇਜ਼ ਡਨ ਯੂਜ਼ਿੰਗ ਦਾ ਮੋਡੀਫਾਇਰ ਕੀਵਰਡ ਅਬਸਟਰੈਕਟ। ਤਾਂ ਮਤਲਬ ਇਹ ਪੋਸੀਬਲ ਹੋ ਸਕਦਾ ਗਾ ਮੋਡੀਫਾਇਰ ਕੀਵਰਡ ਯੂਜ਼ ਕਰਕੇ, ਜਿਹਦਾ ਨਾਮ ਕੀ ਹੈ ਅਬਸਟਰੈਕਟ ਇਨ ਦਾ ਮੈਥਡ ਡੈਫੀਨੇਸ਼ਨਸ। ਐਗਜ਼ਾਮਪਲ ਦੇਖਦੇ ਹਾਂ, ਜਿਹੜੀ ਕਲਾਸ ਆ ਮੇਰੇ ਕੋਲ ਸ਼ੇਪ, ਉਹਦਾ ਕੀਵਰਡ ਮੈਂ ਕੀ ਰੱਖਿਆ ਹੈ ਅਬਸਟਰੈਕਟ। ਉਹਦੇ ਵਿੱਚ ਇੱਕ ਫੰਕਸ਼ਨ ਇੱਕ ਮੈਥਡ ਲੈ ਰੱਖਿਆ ਡਰਾ ਨਾਮ ਦਾ, ਟਾਈਪ ਉਹਦੀ ਵੋਇਡ ਆ, ਬਟ ਉਹਦੀ ਕੀ ਹੈ ਆਪਾਂ ਨੇ ਕੀਵਰਡ ਕੀ ਯੂਜ਼ ਕੀਤਾ ਹੈ ਅਬਸਟਰੈਕਟ ਯੂਜ਼ ਕੀਤਾ ਹੈਗਾ। ਇਹੀ ਮੈਥਡ ਅਸੀਂ ਜਿਹੜਾ ਕਿ ਸ਼ੇਪ ਕਲਾਸ ਦਾ ਗਾ ਇਹ ਕਿਸੇ ਹੋਰ ਕਲਾਸ ਦੇ ਵਿੱਚ ਰੀਡਿਫਾਈਨ ਕਰਦਾ ਹੋਇਆ ਦੇਖਾਂਗੇ। ਅੱਗੇ ਹੈ ਇਹਦੇ ਵਿੱਚ when a class one or more abstract method, ਜਦੋਂ ਇੱਕ ਕਲਾਸ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ abstract method ਆ ਜਿਹਦੀ ਅੱਗੇ abstract keyword ਲੱਗਿਆ ਹੈਗਾ ਮੈਥਡ ਅੱਗੇ, it should also be declared abstract as shown in the above example। ਤਾਂ ਮਤਲਬ ਉਸ ਕਲਾਸ ਨੂੰ ਜਿਸ ਕਲਾਸ ਦੇ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ abstract ਆ ਉਸ ਕਲਾਸ ਨੂੰ ਵੀ ਸਾਨੂੰ abstract ਬਣਾਉਣਾ ਹੀ ਪੈਂਦਾ ਗਾ, ਉਹਦੇ ਅੱਗੇ ਵੀ keyword ਲਿਖਣਾ ਪੈਂਦਾ abstract। While using abstract classes we must satisfy the following conditions। We cannot use abstract classes to instantiate object directly। ਅਸੀਂ ਇੱਕ ਧਿਆਨ ਰੱਖਣਾ ਕਿ ਜੇ ਤੁਸੀਂ abstract classes ਲੈ ਰਹੇ ਹੋ ਤਾਂ ਉਹਦੇ ਵਿੱਚ ਤੁਸੀਂ object ਨੂੰ ਕੀ ਆ ਮਤਲਬ ਕ੍ਰੀਏਟ ਨਹੀਂ ਕਰ ਸਕਦੇ, object ਤੁਸੀਂ ਬਣਾ ਹੀ ਨਹੀਂ ਸਕਦੇ ਹੈਗੇ। ਫੋਰ ਐਗਜ਼ਾਮਪਲ ਸ਼ੇਪ ਨਾਮ ਦੀ ਜਿਹੜੀ ਕਲਾਸ ਸੀ ਉਹ abstract ਕਲਾਸ ਸੀਗੀ, ਸ਼ੇਪ ਐਸ ਨਿਊ ਸ਼ੇਪ object ਬਣ ਜਾਏਗਾ ਐਸ, ਬਟ ਦਿਸ ਇਜ਼ ਇਲੀਗਲ, ਇਹ ਹੋ ਹੀ ਨਹੀਂ ਸਕਦਾ ਕਿਉਂਕਿ ਸ਼ੇਪ ਇਜ਼ abstract ਕਲਾਸ, ਇੱਕ abstract ਕਲਾਸ ਆ ਉਹਦਾ object ਨਹੀਂ ਬਣਾਇਆ ਜਾ ਸਕਦਾ। The abstract methods of an abstract class must be defined in its subclass। ਕਿਹਾ ਸੀਗਾ ਕਿ ਜਿਹੜੇ abstract methods ਹੋਣਗੇ ਉਹ ਬਗੈਰ ਬੋਡੀ ਤੋਂ ਹੁੰਦੇ ਆ, ਜਿਹੜੇ ਕਿ ਅਸੀਂ abstract ਕਲਾਸ ਦੇ ਵਿੱਚ ਬਣਾਉਂਦੇ ਹਾਂ ਤਾਂ ਉਹਨਾਂ ਨੂੰ ਉਹਦੇ ਵਿੱਚ ਤਾਂ ਬੋਡੀ ਹੋਏਗੀ, ਬਟ ਜਿਹੜੀ ਉਹ ਤੋਂ ਸਬ ਕਲਾਸ ਬਣੇਗੀ abstract ਕਲਾਸ ਦੀ ਜਿਹੜੀ ਸਬ ਕਲਾਸ ਬਣੇਗੀ ਅਸੀਂ ਐਕਸਟੈਂਡ ਕਰਾਵਾਂਗੇ ਕਿਸੇ ਹੋਰ ਕਲਾਸ ਦੇ ਵਿੱਚ ਤਾਂ ਉਹਦੇ ਵਿੱਚ ਉਹ ਮੈਥਡ ਦੀ ਬੋਡੀ ਬਣਾਈ ਜਾਊਗੀ, ਡਿਫਾਈਨ ਕੀਤੀ ਜਾ ਸਕਦੀ ਹੈ ਸਬ ਕਲਾਸ ਦੇ ਵਿੱਚ। We cannot declare abstract constructor or abstract static methods। ਅਸੀਂ ਕਦੇ ਵੀ ਕੰਸਟਰਕਟਰ ਨੂੰ abstract ਡਿਕਲੇਅਰ ਨਹੀਂ ਕਰ ਸਕਦੇ, ਨਾ ਹੀ ਜਿਹੜੇ static methods ਆ ਉਹਨਾਂ ਨੂੰ abstract ਬਣਾ
सकते हैं। सिर्फ सिंपल मैथड्स ही असी एबस्ट्रैक्ट बना सकते हैं, जिन्होंने एबस्ट्रैक्ट का मतलब हुण तुसीं देखदे हैं कि एबस्ट्रैक्ट है कि असल दे विच एबस्ट्रैक्ट मतलब ये है कि जो तुसीं मतलब पक्के तौर के उपर मतलब ये रखता कि वो जिहड़े अपने फंक्शनस ने, देखो जिहड़े फाइनल फंक्शनस हुंदे आ ये हुंदा कि उन्हां नूं रोकिया जांदा है अगे क्लास दे विच रीडिफाइन करन तो रोकिया जांदा। बट जे उन्होंने तुसीं चाहुंदे हो कि हाँ ये हर बार ही रीडिफाइन किए जान, प्रॉपरली रीडिफाइन किए जान पक्के तौर पर, तो वो वास्ते असीं एबस्ट्रैक्ट कीवर्ड यूज़ करते हैं। एबस्ट्रैक्ट का मतलब ये हुंदा कि मैथड्स जिहड़े सुपर क्लास दे विच सिंपल डिकलेयर किए जाते हैं बगैर बॉडी तो वो की है सब क्लास के विच जाके रीडिफाइन होणगे ही होणगे, डिफाइन होणगे। असल दे विच उन्हां दी बॉडी जिहड़ी होगी वो सब क्लास के विच बनाई जाती है। उत्थे सिर्फ एक ब्लू प्रिंट हुंदा सुपर क्लास के विच मैथड का, मैथड की कोई बॉडी नहीं हुंदी हैगी सुपर क्लास के विच, इस करके अगे एबस्ट्रैक्ट लग्या हुंदा। एबस्ट्रैक्ट का मतलब यही है कि इहनूं सब क्लास के विच जाके ही रीडिफाइन किया जाना गा, डिफाइन किया जाना गा। बट जे किसी क्लास के एक भी एबस्ट्रैक्ट मैथड है तो वह क्लास भी ऑटोमैटिकली एबस्ट्रैक्ट बन जाती है, वो अगे भी सानूं एबस्ट्रैक्ट कीवर्ड लगाना ही पैंदा गा। अगे है राजे विजिबिलिटी कंट्रोल्स। विजिबिलिटी कंट्रोल्स की हुंदे अगे नैक्सट है जी विजिबिलिटी कंट्रोल। विजिबिलिटी कंट्रोल भी अपने C++ दे विच भी कीते सीगे। एक्सैस स्पैसीफायर्स भी आप इन्हों बोल सकते कह सकते हैं एक्सैस स्पैसीफायर्स। ज़्यादातर ही इनहेरिटेंस का ही एक कंसैप्ट आ एक्सैस स्पैसीफायर्स। वी स्टेटेड अर्लीयर जिवें कहते असीं देखें डैट इज़ पॉसीबल that it is possible to inherit all the members of class by subclass using keyword extend। जे तुसी extend keyword लग्या है तुसी क्लास कई सब क्लास नूं एक्सटेंड करवा रहे हो सुपर क्लास दे विच, इहदा मतलब ये हुंदा कि सुपर क्लास दे ऑल जिन्ने भी मैंबर्स ने वो की है सब क्लास इनहेरिट करवा रही है, अपने अंदर लिया रही है, यूज़ कर सकती है वो। वी हैव ऑल्सो सीन that the variables and methods of class are visible everywhere in the program। असी ये भी देखते हैं कि उस क्लास के जिहड़े वेरिएबल्स ने मैथड्स ने वो हरेक जगह किते भी प्रोग्राम दे विच यूज़ कीते जा सकदे, विजिबल हुंदे आ। However, it may be necessary in some situations। पर कुछ कंडीशन सिचुएशनस यह जिहियां आ जांदियां ने जदों सानूं इन्हां वेरीएबल्स या मैथड्स नूं क्लास तो बाहर यूज़ करन तो रोकना हुंदा, रिस्ट्रिक्ट करना हुंदा। फॉर एग्जाम्पल we may not like the object of class directly alter the value of a variable or access a method। फॉर एग्जाम्पल मैं चाहती हाँ कि उस क्लास जो भी क्लास का ऑब्जैक्ट बनता वो कभी भी डायरैक्टली उस क्लास के वेरीएबल्स या उसके मैथड्स नूं यूज़ ना कर सके, डायरैक्टली यूज़ ना कर सके। वी कैन अचीव दिस इज इन जावा by applying visibility modifiers to the instance variables and methods। ये किवें पॉसिबल हो सकदा जावा दे विच असीं visible modifier यूज़ करांगे इन्हां वेरीएबल्स ते इन्हां मैथड्स दे उपर उन्हां नूं अप्लाई कीता जांदा गा तां जो उन्हां नूं रिस्ट्रिक्शन दित्ती जा सके। The visibility modifiers are also known as access modifiers। इन्हां नूं access modifiers भी बोलिया जांदा गा। Java provides 3 types of visibility modifiers। किहड़े-किहड़े हुंदे आ public, private and protected। They provide different levels of protection as described below। अलग-अलग उहदी प्रोटेक्शंस देणगे वो वेरीएबल्स ते मैथड्स नूं। पब्लिक एक्सैस सब तो पहला है पब्लिक एक्सैस दे विच की हुंदा एनी वेरीएबल और मैथड इज विजिबल टू द एंटायर क्लास इन विच इट इज डिफाइंड। कोई भी वेरीएबल या मैथड जिहड़ा कि पब्लिकली असीं उहनूं डिक्लेयर कीता होया हैगा उहनूं ओह किस उस क्लास दे विच किते भी यूज़ कीता जा सकदा। वट इफ वी वांट टू मेक इट विजिबल टू ऑल दी क्लासेस आउटसाइड दिस क्लास। पर जे तुसीं इस नूं मतलब उस क्लास तो बाहर भी विजिबल करवाउणा चाहुंदे हो तां ओह किवें हो सकदा गा, वो पॉसिबल ही पब्लिकली होएगा। जे पब्लिक उन्होंने डिफाइन किया गया गा तो वो वेरीएबल्स उस क्लास तो इलावा उस क्लास तो जो बाहरले क्लासेस ने उन्होंने मैथड्स द्वारा उन्होंने ऑब्जैक्ट द्वारा भी वो एक्सैस किए जा सकते हैं, चाहे वो वेरीएबल्स हो चाहे वो मैथड्स हो, कोई मर्जी उसका मैंबर हो। दिस इज पॉसिबल बाय सिंपली डिक्लेयरिंग द वेरीएबल और मैथड एज पब्लिक। जिमें कि असीं कोई भी वेरीएबल है अगे पब्लिक एक्सैस स्पैसीफायर लगा देंगे। सम एक फंक्शन है वो अगे भी लगा सकते हैं। ये
ਵਿੱਚ ਇਹੀ ਦੱਸਿਆ ਕਿ ਜਿਹੜਾ ਨੰਬਰ ਆ ਜਾਂ ਸਮ ਫੰਕਸ਼ਨ ਆ ਇਹ ਇਸ ਕਲਾਸ ਜਿਸ ਕਲਾਸ ਦੇ ਹੈਗੇ ਆ ਉਹਦੇ ਵਿੱਚ ਤਾਂ ਉਹ ਯੂਜ਼ ਹੋਣਗੇ ਹੀ ਹੋਣਗੇ। ਉਸ ਤੋਂ ਇਲਾਵਾ ਉਸ ਕਲਾਸ ਜਿਹੜੀ ਬਾਹਰਲੇ ਕਲਾਸਿਸ ਨੇ ਆਊਟਸਾਈਡ ਕਲਾਸਿਸ ਨੇ ਉਹਨਾਂ ਦੇ ਫੰਕਸ਼ਨਸ ਉਹਨਾਂ ਦੇ ਆਬਜੈਕਟ ਵੀ ਉਹਨਾਂ ਨੂੰ ਯੂਜ਼ ਕਰ ਸਕਦੇ ਆ। Next है friendly. In many of our previous example we have not used public modifiers yet they were still accessible in other classes in the program. When no access modifier is specified the member default to the limited version of public accessibility known as friendly level of access। ज़्यादातर ਅਸੀਂ ਹੁਣ ਤੱਕ ਕਹਿੰਦੇ ਜਿੰਨੇ ਪ੍ਰੋਗਰਾਮਸ ਕੀਤੇ ਵਿੱਚ ਅਸੀਂ ਤੇ ਵੀ access specifier ਮਤਲਬ ਨਹੀਂ ਲਗਾਇਆਗਾ ਮਤਲਬ by default public ਹੀ ਹੁੰਦਾਗਾ ਬਟ ਜੇ ਪਬਲਿਕ ਤੁਸੀਂ ਕੋਈ ਵੀ ਫੰਕਸ਼ਨ ਨਹੀਂ ਲਗਾ ਰਹੇ ਹੈਗੇ ਤਾਂ ਬਾਈ ਡਿਫਾਲਟ ਉਹ ਫਰੈਂਡਲੀ ਹੋਏਗਾ ਫਰੈਂਡਲੀ ਹੀ ਮੰਨਿਆ ਜਾਂਦਾ ਹੈ। ਪਬਲਿਕ ਜੇ ਤੁਸੀਂ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਤੁਹਾਨੂੰ ਪਬਲਿਕ ਕੀਵਰਡ ਯੂਜ਼ ਕਰਨਾ ਪਏਗਾ ਅਦਰਵਾਈਜ਼ ਬਾਈ ਡਿਫਾਲਟ ਜੇ ਤੁਸੀਂ ਕੋਈ ਵੀ ਐਕਸੈਸ ਸਪੈਸੀਫਾਇਰ ਨਹੀਂ ਲਗਾਇਆ ਹੈਗਾ ਵੇਰੀਏਬਲਸ ਜਾਂ ਫੰਕਸ਼ਨ ਦੇ ਅੱਗੇ ਤਾਂ ਉਹ ਬਾਈ ਡਿਫਾਲਟ ਫਰੈਂਡਲੀ ਹੀ ਮੰਨੇ ਜਾਂਦੇ ਆ। ਦ ਡਿਫਰੈਂਸ ਬਿਟਵੀਨ ਪਬਲਿਕ ਐਕਸੈਸ ਐਂਡ ਫਰੈਂਡਲੀ ਐਕਸੈਸ ਇਜ਼ ਡੈਟ ਪਬਲਿਕ ਮੋਡੀਫਾਇਰ ਮੇਕ ਫੀਲਡ ਵਿਜ਼ੀਬਲ ਇਨ ਆਲ ਕਲਾਸਿਸ। ਜੇ ਤੁਸੀਂ ਪਬਲਿਕ ਬਣਾਉਂਦੇ ਆ ਤਾਂ ਮਤਲਬ ਇਹ ਹੁੰਦਾ ਕਿ ਜਿੰਨੇ ਵੀ ਤੁਹਾਡੇ वेरिएबल्स ਜਾਂ फंक्शन सारी क्लासेस ਦੇ ਵਿੱਚ ਉਸ ਕਲਾਸ ਤੋਂ ਇਲਾਵਾ ਬਾਹਰਲੇ ਕਲਾसेस ਦੇ ਵਿੱਚ ਵੀ ਮਤਲਬ ਕਿ ਐਕਸੈਸਿਬਲ ਹੋਣਗੇ ਐਕਸੈਸਿਬਲ ਹੋਣਗੇ ਰਿਗਾਰਡਲੈਸ ਆਫ देयर ਪੈਕੇਜ ਵਾਈਲ ਦਾ ਫਰੈਂਡਲੀ ਜਦ ਕਿ ਉਹਦਾ ਜੋ ਪੈਕੇਜ ਯੂਜ਼ ਕਰ ਰਹੇ ਆ ਪੈਕੇਜ ਮਤਲਬ ਜੋ ਉਹਨਾਂ ਦੇ ਫੰਕਸ਼ਨਸ ਦਾ ਪੈਕੇਜ ਹੋਏਗਾ ਜਿਸ ਪੈਕੇਜ ਦੇ ਉਹ ਫੰਕਸ਼ਨ ਹੈਗੇ ਆ ਉਹ ਪੈਕੇਜ ਉਹ ਬਾਹਰਲੀ ਕਲਾਸ ਦੇ ਵਿੱਚ ਕੀ ਐਕਸੈਸਿਬਲ ਨਹੀਂ ਹੋਏਗਾ ਕਿਉਂਕਿ ਉਸ ਤੋਂ ਇਲਾਵਾ ਹੋਰ ਵੀ ਤਾਂ ਮਤਲਬ ਫੰਕਸ਼ਨ ਮੈਥਡਸ ਹੋ ਸਕਦੇ ਆ ਉਸ ਪੈਕੇਜ ਦੇ ਵਿੱਚ ਵਾਈਲ ਦਾ ਫਰੈਂਡਲੀ ਐਕਸੈਸ ਮੇਕ ਫੀਲਡਸ ਵਿਜ਼ੀਬਲ ਓਨਲੀ ਇਨ ਦਾ ਸੇਮ ਪੈਕੇਜ। ਜਿਹੜੇ ਫਰੈਂਡਲੀ ਐਕਸੈਸ ਆ ਉਹ ਸਿਰਫ ਤੇ ਸਿਰਫ ਉਸੇ ਪੈਕੇਜ ਦੇ ਵਿੱਚ ਹੀ ਵਿਜ਼ੀਬਲ ਆ ਬਟ ਨਾਟ in other पैकेज पर होर पैकेजेस ਦੇ ਵਿੱਚ ਉਹ ਕੀ ਹੋਏਗਾ ਐਕਸੈਸਿਬਲ ਨਹੀਂ ਹੋਣਗੇ। ਇਹ ਪੈਕੇਜ ਇਜ਼ ਅ ਗਰੁੱਪ ਆਫ ਰਿਲੇਟਡ ਕਲਾਸਿਸ। ਪੈਕੇਜ ਕੀ ਹੁੰਦਾ ਪੈਕੇਜ ਜਿਹੜੇ ਕਲਾਸਿਸ ਦਾ ਗਰੁੱਪ ਹੁੰਦਾ ਜਿਹੜੀਆਂ ਰਿਲੇਟਡ ਹੁੰਦੀਆਂ ਆਪਸ ਦੇ ਵਿੱਚ ਮਿਲਦੀਆਂ ਜੁਲਦੀਆਂ ਕਲਾਸਿਸ ਹੁੰਦੀਆਂ ਉਹਨਾਂ ਦਾ ਇੱਕ ਮਤਲਬ ਗਰੁੱਪ ਹੁੰਦਾ ਜਿਹੜੇ ਸੈਪਰੇਟਲੀ ਸਟੋਰ ਹੁੰਦਾ ਗਾ ਦੇ ਆਰ ਐਕਸਪਲੋਰਡ ਇਨ ਡਿਟੇਲ ਅੱਗੇ ਚੈਪਟਰ 11 ਚ ਕਰਦੇ ਹਾਂ ਅਸੀਂ। ਇਹ ਪੈਕੇਜ ਇਜ਼ ਜਾਵਾ ਇਜ਼ ਸਿਮਿਲਰ ਟੂ ਸੋਰਸ ਆਫ ਫਾਈਲ ਇਨ ਸੀ ਦੇ ਵਿੱਚ ਜਿਵੇਂ ਅਸੀਂ ਸੋਰਸ ਫਾਈਲ ਬੋਲਦੇ ਹਾਂ ਉਹਨੂੰ ਜਾਵਾ ਦੇ ਵਿੱਚ ਇਹਨੂੰ ਪੈਕੇਜ ਬੋਲ ਦਿੰਦੇ ਹਾਂ। ਫਰੈਂਡਲੀ ਮਤਲਬ ਇਹੀ ਹੁੰਦਾ ਕਿ ਆਪਦੇ ਪੈਕੇਜ ਤੋਂ ਇਲਾਵਾ ਉਹ ਬਾਹਰਲੇ ਪੈਕੇਜ ਦੇ ਵਿੱਚ ਐਕਸੈਸਿਬਲ ਨਹੀਂ ਹੋ ਸਕਦੇ ਜੋ ਫੰਕਸ਼ਨ ਹੁੰਦੇ ਆ ਪਰ ਪਬਲਿਕ ਦੇ ਵਿੱਚ ਕੀ ਆ ਉਹ ਕਿਤੇ ਵੀ ਕਿਸੇ ਵੀ ਜਗ੍ਹਾ ਦੇ ਉੱਪਰ ਕਿਸੇ ਪੈਕੇਜ ਦਾ ਕੋਈ ਇਸ਼ੂ ਨਹੀਂ ਹੈ ਕਿਤੇ ਵੀ ਯੂਜ਼ ਹੋ ਸਕਦੇ। ਅੱਗੇ ਹੈ protected access. The visibility level of protected field lies in between the public access and friendly. ਇਹ ਦੋਨਾਂ ਦੇ ਵਿਚਕਾਰਲਾ ਹੀ ਇੱਕ ਲੈਵਲ ਆ। That is the protected modifier makes the field visible not only to all classes ਨਾ ਸਿਰਫ classes ਦੇ ਵਿੱਚ visible ਬਣਾਉਂਦਾ and sub classes in the same package ਨਾ ਹੀ ਉਹ same package ਦੇ ਵਿੱਚ ਜਿਹੜੀ sub classes ਦੇ ਜਾਂ classes ਨੇ ਉਹਨਾਂ ਦੇ ਵਿੱਚ ਹੀ ਇਕੱਲਾ visible ਨਹੀਂ ਬਣਾਉਂਦਾ ਹੈਗਾ ਕਿਸੇ ਵੀ field ਨੂੰ but also to sub class in other package ਜਦ ਕਿ ਅਦਰ ਪੈਕੇਜਸ ਦੇ ਜਿਹੜੇ ਸਬ ਕਲਾਸਿਸ ਨੇ ਅੱਗੇ ਤਾਂ ਉਹਦੇ ਚ ਫਿਰ ਫਰੈਂਡਲੀ ਚ ਇਹ ਕਿਹਾ ਗਿਆ ਸੀ ਕਿ ਅਦਰ ਪੈਕੇਜਸ ਦੇ ਵਿੱਚ ਤਾਂ ਹੋ ਹੀ ਨਹੀਂ ਸਕਦਾ। ਪਬਲਿਕ ਵਿੱਚ ਇਹ ਹੁੰਦਾ ਕਿ ਅਦਰ ਪੈਕੇਜਸ ਦੇ ਵਿੱਚ ਵੀ ਐਕਸੈਸ ਹੁੰਦਾ ਪਰ ਅਦਰ ਪੈਕੇਜਸ ਦੀਆਂ ਕਲਾਸਿਸ ਦੇ ਵਿੱਚ ਹੁੰਦਾ ਨਾ ਕਿ ਸਬ ਕਲਾਸਿਸ ਦੇ ਵਿੱਚ। ਇਹਦੇ ਵਿੱਚ ਕੀ ਕਹਿ ਰਿਹਾ ਉਹ ਕਿ ਸਬ ਕਲਾਸਿਸ ਦੇ ਵਿੱਚ ਵੀ ਉਹ ਐਕਸੈਸਿਬਲ ਹੋ ਸਕਦੇ ਆ not that non sub class is in other package cannot access the protected members। ਜਦ ਕਿ ਉਹ ਕਹਿ ਰਿਹਾ ਨੋਟ ਕਰੋ ਕਿ ਮਤਲਬ ਜਿਹੜੀ ਨॉन ਸਬ ਕਲਾਸਿਸ ਨੇ ਕਿਸੇ ਹੋਰ ਪੈਕੇਜ ਦੀਆਂ ਉਹ ਕਦੇ ਵੀ ਪ੍ਰੋਟੈਕਟਡ ਮੈਂਬਰਸ ਨੂੰ ਐਕਸੈਸ ਨਹੀਂ ਕਰ ਸਕਦੀਆਂ ਹੈਗੀਆਂ।